ਜੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੀਰ ਮੁਰੀਦੀ ਗਾਖੜੀ ਕੋ ਵਿਰਲਾ ਜਾਣੈ। ਪੀਰਾਂ ਪੀਰ ਵਖਾਣੀਐ ਗੁਰ ਗੁਰਾਂ ਵਖਾਣੈ। ਗੁਰ ਚੇਲਾ ਚੇਲਾ ਗੁਰੂ ਕਰ ਚੋਜ ਵਿਡਾਣੈ। ਸੋ ਗੁਰ ਸੋਈ ਸਿੱਖ ਹੈ ਜੋਤੀ ਜੋਤ ਸਮਾਣੈ। ਇੱਕ ਗੁਰੂ ਇੱਕ ਸਿੱਖ ਹੈ ਗੁਰ ਸ਼ਬਦ ਸਿਆਣੈ। ਮਿਹਰ ਮੁਹੱਬਤ ਮੇਲ ਕਰ ਭਉ ਭਾਉ ਸੋ ਭਾਣੈ। ਮਿਹਰ ਮੁਹੱਬਤ ਮੇਲ ਕਰ ਭਉ ਭਾਉ ਸੋ ਭਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। 12 ਵਾਰਾਂ ਹੁਣ ਤੱਕ ਸੰਪੂਰਨ ਹੋ ਚੁੱਕੀਆਂ ਨੇ। ਇਸ ਤੋਂ ਅੱਗੇ ਅੱਜ 13ਵੀਂ ਵਾਰ ਦੀ ਵਿਚਾਰ ਆਰੰਭ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਗੁਰੂ ਤੇ ਚੇਲਾ, ਗੁਰੂ ਦੀ ਘਾਲਣਾ, ਗੁਰੂ ਦੀ ਮਿਹਰ ਤੇ ਚੇਲੇ ਦੇ ਅੰਦਰ ਜੋ ਗੁਰੂ ਦੇ ਪ੍ਰਤੀ ਪਿਆਰ ਹੈ ਉਸ ਦਾ ਜ਼ਿਕਰ ਕਰ ਰਹੇ ਹੈ। ਗੁਰੂ ਸਭ ਤੋਂ ਵੱਡਾ ਹੈ ਤੇ ਗੁਰੂ ਤੋਂ ਸਿੱਖੀ ਕਮਾ ਕਰਕੇ ਜਿਹੜਾ ਸਿੱਖ ਹੈ, ਚੇਲਾ ਹੈ, ਉਹ ਪ੍ਰੇਮ ਰਸ ਨੂੰ ਮਾਣਦਾ ਹੈ। ਐਸਾ ਪ੍ਰੇਮ ਰਸ ਜਿਹਦੇ ਬਾਰੇ ਕਥਨ ਨਹੀਂ ਕੀਤਾ ਜਾ ਸਕਦਾ ਔਰ ਕੋਈ ਬੋਲ ਕੇ ਉਸ ਪ੍ਰੇਮ ਰਸ ਬਾਰੇ ਦੱਸ ਨਹੀਂ ਸਕਦਾ। ਸੋ ਆਓ ਪਹਿਲੀ ਪੌੜੀ ਦੇ ਵਿੱਚ ਗੁਰੂ ਚੇਲੇ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਹੈ। ਸਤਿਨਾਮ ਵਾਹਿਗੁਰੂ ਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਮੰਗਲ ਕਰਦੇ ਹਨ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪਰਮਾਤਮਾ ਇੱਕ ਹੈ, ਅਦੁੱਤੀ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਤ੍ਰੈ ਕਾਲ ਆਬਾਦ ਹੈ, ਚੇਤਨ ਹੈ ਤੇ ਆਨੰਦ ਸਵਰੂਪ ਹੈ। ਐਸੇ ਪ੍ਰਭੂ ਦੀ, ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਪੀਰ ਮੁਰੀਦੀ ਗਾਖੜੀ
ਕੋ ਵਿਰਲਾ ਜਾਣੈ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਪੀਰ ਦੀ ਜਿਹੜੀ ਸ਼ਾਗਿਰਦੀ ਕਰਨੀ ਹੈ ਇਹ ਬਹੁਤ ਔਖੀ ਹੈ। ਕੋ ਵਿਰਲਾ ਜਾਣੈ, ਕੋਈ ਵਿਰਲਾ ਹੀ ਇਹਨੂੰ ਜਾਣ ਸਕਦਾ ਹੈ, ਕੋਈ ਵਿਰਲਾ ਹੀ ਮੁਸ਼ਕਲ ਦੇ ਨਾਲ ਸ਼ਾਗਿਰਦੀ ਕਰ ਸਕਦਾ ਹੈ। ਹਰ ਕੋਈ ਇਸ ਸ਼ਾਗਿਰਦੀ ਨੂੰ ਕਰ ਨਹੀਂ ਸਕਦਾ। ਇਸ ਮਾਰਗ ਦੇ ਉੱਤੇ ਚੱਲਦੇ ਤਾਂ ਬਹੁਤ ਹਨ, ਪਰ ਰਸਤੇ ਵਿੱਚ ਹੀ ਛੱਡ ਜਾਂਦੇ ਹੈ। ਮੰਜ਼ਿਲ 'ਤੇ ਕੋਈ ਵਿਰਲਾ ਹੀ ਪਹੁੰਚਦਾ ਹੈ, ਕਿਉਂਕਿ ਪੀਰ ਦੀ ਸ਼ਾਗਿਰਦੀ ਕਰਨੀ ਬਹੁਤ ਔਖੀ ਹੈ। ਹੁਕਮ ਮੰਨਣਾ ਪੈਂਦਾ ਹੈ, ਆਪਣਾ ਆਪ ਮਿਟਾਉਣਾ ਪੈਂਦਾ ਹੈ, ਫਿਰ ਜਾ ਕਰਕੇ ਕਿਤੇ ਮੰਜ਼ਿਲ ਮਿਲਦੀ ਹੈ। ਦਾਣਾ ਧਰਤੀ ਵਿੱਚ ਬੀਜਿਆ ਜਾਂਦਾ, ਉਹ ਆਪਣੀ ਹੋਂਦ ਨੂੰ ਮਿਟਾਉਂਦਾ ਹੈ, ਆਪਣਾ ਆਪ ਖਤਮ ਕਰ ਲੈਂਦਾ ਹੈ, ਫਿਰ ਉਹ ਫਲ ਤੱਕ ਪੁੱਜਦਾ ਹੈ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ ਕਿ ਦਾਨਾ ਖਾਕ में मिलकर ਗੁਲੇ ਗੁਲਜ਼ਾਰ ਹੋਤਾ ਹੈ। ਸੋ ਪੀਰ ਦੀ ਜਿਹੜੀ ਮੁਰੀਦੀ ਕਰਨੀ ਹੈ ਨਾ, ਸ਼ਾਗਿਰਦੀ, ਭਾਈ ਗੁਰਦਾਸ ਜੀ ਕਹਿੰਦੇ ਇਹ ਔਖੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਗੁਰੂ ਪੀਰ ਦੀ ਚਾਕਰੀ ਕਰਨੀ ਹੈ ਤਾਂ ਬਹੁਤ ਕਰੜੀ ਕਠਨ, ਪਰ ਇਹਦੇ ਵਿੱਚੋਂ ਸ੍ਰੇਸ਼ਟ ਸੁਖ ਮਿਲਦਾ ਹੈ। ਜਿਹੜਾ ਕਰ ਲੈਂਦਾ ਹੈ ਉਹਨੂੰ ਸਦੀਵੀ ਸੁਖ ਮਿਲਦਾ ਹੈ। ਪੀਰ ਮੁਰੀਦੀ ਗਾਖੜੀ, ਭਾਵ ਗੁਰੂ ਦੀ ਜਿਹੜੀ ਸਿੱਖੀ ਕਮਾਉਣੀ ਹੈ ਇਹ ਕਠਨ ਹੈ। ਗੁਰੂ ਦਾ ਚੇਲਾ ਬਣ ਕੇ ਗੁਰੂ ਦੇ ਕਹੇ ਬਚਨਾਂ ਨੂੰ ਜੀਵਨ ਵਿੱਚ ਕਮਾਉਣਾ ਇਹ ਬਹੁਤ ਕਠਨ ਹੈ। ਭਾਈ ਲਹਿਣੇ ਨੂੰ ਪੁੱਛੋ, ਜਿਨ੍ਹਾਂ ਨੇ ਇਹ ਸ਼ਾਗਿਰਦੀ ਕੀਤੀ। ਸਤਿਗੁਰੂ ਨਾਨਕ ਦੇਵ ਜੀ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕੀਤਾ। ਮਹਾਰਾਜ ਦੇ ਅੱਗੇ ਤਨ ਮਨ ਧਨ ਸਭ ਕੁਝ ਹੀ ਸੌਂਪ ਦਿੱਤਾ, ਅਤੇ ਫਿਰ ਸਤਿਗੁਰੂ ਨੇ ਆਪਣੇ ਨਾਲ ਮਿਲਿਆ। ਅਸਲ ਵਿੱਚ ਇਸ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦਾ ਜ਼ਿਕਰ ਕਰਦੇ ਹੈ। ਪੀਰਾਂ ਪੀਰ ਵਖਾਣੀਐ, ਗੁਰ ਗੁਰਾਂ ਵਖਾਣੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪੀਰਾਂ ਦੇ ਪੀਰ ਕਹੇ ਜਾਂਦੇ ਹੈ। ਜਾਹਰ ਪੀਰ ਜਗਤ ਗੁਰ ਬਾਬਾ, ਜਿਹੜੇ ਆਪਣੇ ਆਪ ਨੂੰ ਦੁਨੀਆ ਵਿੱਚ ਪੀਰ ਕਹਾਉਂਦੇ ਆ, ਸਤਿਗੁਰੂ ਉਹਨਾਂ ਦੇ ਵੀ ਪੀਰ ਹਨ, ਸ਼੍ਰੋਮਣੀ ਹਨ। ਗੁਰ ਗੁਰਾਂ ਵਖਾਣੇ, ਅਤੇ ਜਿਹੜੇ ਇੱਥੇ ਗੁਰੂ ਕਹਾਉਂਦੇ ਆ ਉਹਨਾਂ ਗੁਰੂਆਂ ਦੇ ਵੀ ਸ਼੍ਰੋਮਣੀ ਗੁਰੂ ਹਨ, ਧੰਨ ਗੁਰੂ ਨਾਨਕ ਸਾਹਿਬ ਜੀ। ਵੱਡੇ ਵੱਡੇ ਗੁਰੂ ਕਹਾਉਣ ਵਾਲੇ ਸਤਿਗੁਰੂ ਦੇ ਚਰਨੀ ਪਏ, ਪੀਰ ਕਹਾਉਣ ਵਾਲੇ ਮਹਾਰਾਜ ਦੇ ਚਰਨੀ ਪਏ। ਜਦੋਂ ਸਤਿਗੁਰੂ ਮੁਲਤਾਨ ਪੁੱਜਦੇ ਹੈ, ਪੀਰਾਂ ਨਾਲ ਭਰਿਆ ਹੋਇਆ ਸੀ, ਅਤੇ ਆਪ ਪਿੱਛੇ ਪਹਿਲੀ ਵਾਰ ਵਿੱਚ ਸਰਵਣ ਕਰ ਆਏ ਹੋ। ਮਹਾਰਾਜ ਤੋਂ ਜਦੋਂ ਅੰਮ੍ਰਿਤ ਬਚਨ ਸੁਣੇ, ਸਤਿਗੁਰੂ ਦੇ ਚਰਨੀ ਪੈ ਗਏ, ਕਿਉਂਕਿ ਜੇ ਉਹਨਾਂ ਨੇ ਦੁੱਧ ਦਾ ਕਟੋਰਾ ਭਰ ਕੇ ਅੱਗੇ ਕੀਤਾ ਸੀ, ਸਤਿਗੁਰੂ ਨੇ ਚੰਬੇਲੀ ਦਾ ਫੁੱਲ ਪਾ ਦਿੱਤਾ, ਅਸੀਂ ਤਾਂ ਮਹਿਕ ਖਿਲਾਰਨ ਆਏ ਹਾਂ ਔਰ ਇਸ ਦੁੱਧ ਨੂੰ ਡੋਲਣ ਨਹੀਂ ਆਏ, ਇਹਦੇ ਵਾਂਗ ਅਸੀਂ ਸਮਾ ਜਾਣਾ ਹੈ। ਸੋ ਐਸੇ ਸਤਿਗੁਰੂ ਹਨ ਜੋ ਪੀਰਾਂ ਦੇ ਪੀਰ ਅਤੇ ਗੁਰੂਆਂ ਦੇ ਗੁਰੂ ਹਨ। ਗੁਰ ਚੇਲਾ ਚੇਲਾ ਗੁਰੂ, ਕਰ ਚੋਜ ਵਿਡਾਣੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੀ ਚੇਲਾ ਭਾਵ ਗੁਰੂ ਅੰਗਦ ਹੋ ਕਰਕੇ ਅਤੇ ਚੇਲੇ ਤੋਂ ਗੁਰੂ ਅਤੇ ਗੁਰੂ ਤੋਂ ਚੇਲੇ ਬਣਨ ਦਾ ਆਸ਼ਚਰਜ ਕੌਤਕ ਕੀਤਾ। ਚੇਲਾ ਗੁਰੂ ਅਤੇ ਗੁਰੂ ਚੇਲਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਹਨ, ਅਤੇ ਭਾਈ ਲਹਿਣੇ ਨੇ ਸ਼ਾਗਿਰਦੀ ਕਮਾਈ, ਮਹਾਰਾਜ ਦਾ ਚੇਲਾ ਬਣ ਕੇ ਅਤੇ ਗੁਰੂ ਬਣੇ। ਅਤੇ ਫਿਰ ਜਿਵੇਂ ਇੱਕ ਚੇਲਾ ਆਪਣੇ ਗੁਰੂ ਨੂੰ ਨਮਸਕਾਰ ਕਰਦਾ ਹੈ, ਗੁਰਗੱਦੀ ਦੇਣ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ
ਧੰਨ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕੀਤੀ, ਜਿਵੇਂ ਚੇਲਾ ਗੁਰੂ ਨੂੰ ਮੱਥਾ ਟੇਕਦਾ ਹੈ। ਸੋ ਗੁਰੂ ਚੇਲਾ ਤੇ ਚੇਲਾ ਗੁਰੂ, ਇਹ ਅਚਰਜ ਹੈਰਾਨ ਕਰਨ ਵਾਲਾ ਕੌਤਕ ਗੁਰੂ ਨੇ ਕੀਤਾ। ਸੋ ਗੁਰ ਸੋਈ ਸਿੱਖ ਹੈ, ਜੋਤੀ ਜੋਤ ਸਮਾਣੈ। ਉਹ ਗੁਰੂ ਤੇ ਉਹੀ ਸਿੱਖ ਹੈ। ਜੋਤੀ ਜੋਤ ਸਮਾਣੈ, ਜੋਤ ਵਿੱਚ ਜੋਤ ਸਮਾਈ ਹੈ। ਭਾਵ ਗੁਰੂ ਤੇ ਸਿੱਖ ਦਾ ਆਸ਼ਾ ਸਿਧਾਂਤ ਇੱਕੋ ਹੀ ਹੈ। ਜਿਹੜੇ ਸਿੱਖ ਨੇ ਨਾ ਇਸ ਗੱਲ ਨੂੰ ਸਮਝਦੇ ਨੇ ਵੀ ਉਹੀ ਸਿੱਖ ਜਿਹੜਾ ਭਾਈ ਲਹਿਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦਾ ਸੀ, ਅੱਜ ਗੁਰੂ ਹੈ। ਅਤੇ ਉਹੀ ਗੁਰੂ ਨਾਨਕ ਭਾਈ ਲਹਿਣੇ ਦੇ ਵਿੱਚ ਹਿਰਦੇ ਵਿੱਚ ਬੈਠ ਕੇ ਸੰਸਾਰ ਦਾ ਭਲਾ ਕਰ ਰਿਹਾ ਹੈ। ਜੋਤ ਵਿੱਚ ਜੋਤ ਸਮਾਈ ਹੈ, ਕੋਈ ਭਿੰਨ ਨਹੀਂ, ਕੋਈ ਫਰਕ ਨਹੀਂ, ਕੋਈ ਵਖਰੇਵਾਂ ਨਹੀਂ, ਇੱਕ ਹੀ ਹਨ। ਉਹੀ ਗੁਰੂ ਹੈ, ਉਹੀ ਸਿੱਖ ਹੈ, ਜੋਤ ਵਿੱਚ ਜੋਤ ਸਮਾਈ ਹੋਈ ਹੈ। ਇੱਕ ਗੁਰੂ ਇੱਕ ਸਿੱਖ ਹੈ, ਗੁਰ ਸ਼ਬਦ ਸਿਆਣੈ। ਇੱਕ ਗੁਰੂ ਨਾਨਕ ਤੇ ਇੱਕ ਸਿੱਖ ਗੁਰੂ ਅੰਗਦ ਹੈ। ਗੁਰ ਸ਼ਬਦ ਸਿਆਣੈ, ਕਿਉਂਕਿ ਗੁਰੂ ਦੇ ਸ਼ਬਦ ਨੂੰ, ਹੁਕਮ ਨੂੰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਿਆਣਿਆਂ ਤੋਂ ਭਾਵ ਪਛਾਣਿਆ, ਅਤੇ ਗੁਰੂ ਦੇ ਹੁਕਮ ਨੂੰ ਪਛਾਣ ਕੇ ਤਨੋ ਮਨੋ ਹੋ ਕੇ ਸਤਿਗੁਰੂ ਦੇ ਸ਼ਬਦ ਨੂੰ, ਹੁਕਮ ਨੂੰ ਮੰਨਿਆ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਰੂਪ ਹੋ ਗਏ। ਇਸ ਤਰ੍ਹਾਂ ਇੱਕ ਗੁਰੂ ਇੱਕ ਸਿੱਖ ਹੈ, ਇੱਕ ਗੁਰੂ ਤੇ ਇੱਕ ਸਿੱਖ। ਭਾਈ ਲਹਿਣਾ ਜੀ ਐਸੇ ਸਿੱਖ ਜਿਹੜੇ ਗੁਰੂ ਪਦਵੀ 'ਤੇ ਪਹੁੰਚੇ। ਸਿੱਖ ਤਾਂ ਹੋਰ ਵੀ ਬਹੁਤ ਸਨ, ਪਰ ਜਿਸ ਤਰ੍ਹਾਂ ਭਾਣਾ ਮੰਨਿਆ, ਤਨੋ ਮਨੋ ਹੋ ਕੇ ਗੁਰੂ ਸ਼ਬਦ ਦੀ ਕਮਾਈ ਕੀਤੀ, ਹੋਰ ਕੋਈ ਸਿੱਖ ਇੱਥੋਂ ਤੱਕ ਨਹੀਂ ਪੁੱਜ ਸਕਿਆ। ਸੋ ਗੁਰ ਸ਼ਬਦ ਨੂੰ ਚੰਗੀ ਤਰ੍ਹਾਂ ਪਛਾਣਿਆ ਅਤੇ ਗੁਰੂ ਹੁਕਮ ਨੂੰ ਮੰਨਿਆ। ਇਸ ਤਰ੍ਹਾਂ ਇੱਕ ਗੁਰੂ ਅਤੇ ਇੱਕ ਸਿੱਖ ਇੱਕਮਿਕ ਹੋ ਗਏ। ਮਿਹਰ ਮੁਹੱਬਤ ਮੇਲ ਕਰ, ਭਉ ਭਾਉ ਸੋ ਭਾਣੈ। ਇਹ ਦੋ ਸ਼ਬਦ ਨੇ, ਮਿਹਰ ਮੁਹੱਬਤ। ਮਿਹਰ ਕੀਤੀ ਗੁਰੂ ਨੇ, ਕਿਰਪਾ ਕੀਤੀ, ਅਤੇ ਮੁਹੱਬਤ ਪ੍ਰੀਤ ਕੀਤੀ ਅੱਗੋਂ ਚੇਲੇ ਨੇ, ਭਾਈ ਲਹਿਣੇ ਨੇ। ਭਾਈ ਲਹਿਣੇ ਨੇ ਪ੍ਰੀਤ ਕੀਤੀ, ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ। ਭਉ ਭਾਉ ਸੋ ਭਾਣੇ, ਅਤੇ ਸਤਿਗੁਰੂ ਨੇ ਵੇਖਿਆ ਭਾਈ ਲਹਿਣੇ ਨੂੰ ਕਿ ਇਹਦੇ ਅੰਦਰ ਗੁਰੂ ਦੇ ਪ੍ਰਤੀ ਭਉ ਭੈ ਹੈ ਅਤੇ ਭਾਉ ਪ੍ਰੇਮ ਹੈ, ਅਤੇ ਰੱਬੀ ਭਾਣੇ ਦੇ ਵਿੱਚ ਇਹ ਚੱਲਣ ਦਾ ਆਸ਼ਿਕ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਮੇਲ ਲਿਆ। ਇਸ ਤਰ੍ਹਾਂ ਗੁਰੂ ਅਤੇ ਸਿੱਖ ਦਾ ਆਪੋ ਵਿੱਚ, ਗੁਰੂ ਚੇਲੇ ਦਾ ਮਿਲਾਪ ਹੋਇਆ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਹੀ ਰੂਪ ਬਣਾ ਦਿੱਤਾ ਅਤੇ ਗੁਰੂ ਅੰਗਦ ਦੇਵ ਬਣਾ ਦਿੱਤਾ। ਹੁਣ ਇਸ ਤੋਂ ਅਗਲੇ ਦੂਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ, ਜਿਹੜਾ ਗੁਰੂ ਪਦਵੀ 'ਤੇ ਸਿੱਖ ਪਹੁੰਚਦਾ, ਪਹਿਲੋਂ ਸਿੱਖ ਬਣ ਕੇ ਸਿੱਖੀ ਕਮਾਈ, ਫਿਰ ਗੁਰੂ ਪਦਵੀ 'ਤੇ ਪਹੁੰਚੇ, ਉਸ ਦਾ ਜ਼ਿਕਰ ਕਰਦੇ ਹੈ ਵੀ ਪੀਰ ਤੋਂ ਪੀਰ ਹੋਣਾ ਕਿਸੇ ਵਿਰਲੇ ਦੇ ਹਿੱਸੇ ਆਇਆ। ਗੁਰ ਸਿੱਖਹੁ ਗੁਰ ਸਿੱਖ ਹੈ, ਪੀਰ ਪੀਰਹੁ ਕੋਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਦੇ ਸਿੱਖ ਤੋਂ, ਗੁਰੂ ਦੀ ਸਿੱਖਿਆ ਸੁਣ ਕੇ ਅਨੇਕਾਂ ਅੱਗੇ ਸਿੱਖ ਬਣਦੇ ਹੈ, ਪਰ ਪੀਰ ਤੋਂ ਪੀਰ ਕੋਈ ਵਿਰਲਾ ਹੀ ਬਣਦਾ ਹੈ। ਸਤਿਗੁਰੂ ਜੀ ਤੋਂ ਜਿਨ੍ਹਾਂ ਸਿੱਖੀ ਧਾਰਨ ਕੀਤੀ, ਉਹ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਸਨ, ਸਿੱਖੀ ਦਾ ਪ੍ਰਚਾਰ ਕਰਦੇ ਸੀ। ਉਹਨਾਂ ਤੋਂ ਸੁਣ ਕੇ ਅੱਗੇ ਹੋਰ ਬਹੁਤ ਸਿੱਖ ਬਣਦੇ ਸੀ। ਉਹਨਾਂ ਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਭਾਵਨਾ ਪੈਦਾ ਹੁੰਦੀ ਸੀ। ਸਤਿਗੁਰੂ ਦੇ ਕੋਲ ਆਉਂਦੇ ਸੀ, ਚਰਨਾਮ੍ਰਿਤ ਲੈਂਦੇ ਸੀ, ਮਹਾਰਾਜ ਦੀ ਸਿੱਖਿਆ ਨੂੰ ਧਾਰਨ ਕਰਦੇ। ਸਿੱਖਾਂ ਤੋਂ ਗੁਰੂ ਦੀ ਸਿੱਖਿਆ ਸੁਣ ਕੇ ਅੱਗੇ ਅਨੇਕਾਂ ਸਿੱਖ ਬਣਦੇ ਰਹੇ। ਪੀਰ ਪੀਰਹੁ ਕੋਈ, ਭਾਈ ਗੁਰਦਾਸ ਜੀ ਕਹਿੰਦੇ ਪਰ ਪੀਰ ਤੋਂ ਕੋਈ ਪੀਰ ਵਿਰਲਾ ਹੀ ਬਣਿਆ। ਹੁਣ ਗੁਰੂ ਨਾਨਕ ਸਾਹਿਬ ਦੇ ਸਿੱਖ ਕਿੰਨੇ ਸੀ, ਪਰ ਗੁਰੂ ਤੋਂ ਗੁਰੂ ਬਣਨ ਤੱਕ ਦਾ ਸਫ਼ਰ ਭਾਈ ਲਹਿਣੇ ਨੇ ਹੀ ਤੈਅ ਕੀਤਾ ਹੈ। ਗੁਰੂ ਅੰਗਦ ਦੇਵ ਜੀ ਦੇ ਅਨੇਕਾਂ ਸਿੱਖ ਹਨ, ਸਿੱਖੀ ਧਾਰਨ ਕੀਤੀ, ਪਰ ਪੀਰ ਤੋਂ ਪੀਰ ਤੱਕ ਇਸ ਸਫ਼ਰ, ਇਸ ਮੰਜ਼ਿਲ 'ਤੇ ਕੌਣ ਪੁੱਜਿਆ? ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਬਣੇ।
ਇਹ ਧੁਰ ਦਰਗਾਹੋਂ ਬਖਸ਼ਿਸ਼ ਕੀਤੀ ਗੁਰਿਆਈ ਹੈ, ਜਿਸ ਨੂੰ ਪ੍ਰਾਪਤ ਹੋਣੀ ਹੁੰਦੀ ਹੈ, ਜਿਹਦੇ ਮਸਤਕ ਵਿੱਚ ਗੁਰਿਆਈ ਨੂੰ ਪ੍ਰਾਪਤ ਕਰਨ ਦਾ ਲੇਖ ਲਿਖਿਆ, ਘਾਲਣਾ ਕਰਕੇ ਉਹ ਇੱਥੋਂ ਤੱਕ ਪੁੱਜਦਾ ਹੈ। ਸਿੱਖਾਂ ਤੋਂ ਅੱਗੇ ਸਿੱਖਿਆ ਸੁਣ ਕੇ ਸਿੱਖ ਬਥੇਰੇ ਹੁੰਦੇ ਹੈ, ਪਰ ਪੀਰ ਤੋਂ ਪੀਰ ਕੋਈ ਵਿਰਲਾ ਹੀ ਹੁੰਦਾ ਹੈ। ਸੁਰ ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਦੇ ਨਾਲ ਸ੍ਰੇਸ਼ਟ ਪ੍ਰੀਤ ਕਰਕੇ ਜਿਹੜਾ ਗੁਰੂ ਦਾ ਚੇਲਾ ਹੈ, ਉਹ ਸ਼ਬਦ ਦਾ ਐਸਾ ਰਸੀਆ ਹੈ, ਪਰਮੇਸ਼ਰ ਸੋਈ, ਉਹ ਪਰਮੇਸ਼ਰ ਦਾ ਸਵਰੂਪ ਹੋ ਜਾਂਦਾ ਹੈ, ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ, ਉਹਦੇ ਵਿੱਚ ਇਕਮਿਕ ਹੋ ਜਾਂਦਾ ਹੈ। ਪਰਮੇਸ਼ਰ ਸੋਈ, ਸੋਈ ਜੋ ਸ਼ੋਭਾ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਹੀ ਰੂਪ ਹੋ ਜਾਂਦਾ ਹੈ। ਦਰਸ਼ਨ ਦਿਸ਼ਟ ਧਿਆਨ ਧਰ ਗੁਰਮੂਰਤ ਹੋਈ। ਤੇ ਉਹ ਸਿੱਖ ਜਿਹੜਾ ਪੀਰ ਤੱਕ ਪੁੱਜ ਜਾਂਦਾ, ਉਸ ਪਦਵੀ ਤੱਕ, ਭਾਵ ਉਹ ਸਿੱਖ ਜਿਹੜਾ ਅੱਗੇ ਚੱਲ ਕੇ ਗੁਰੂ ਬਣ ਜਾਂਦਾ ਹੈ। ਦਰਸ਼ਨ ਦਿਸ਼ਟ ਧਿਆਨ ਧਰ, ਉਹ ਗੁਰੂ ਦੇ ਦਰਸ਼ਨ ਕਰਦਾ ਹੈ। ਦਿਸ਼ਟ ਤੋਂ ਭਾਵ ਜਿਹੜੇ ਨੇਤਰ ਨੇ, ਇਹਨਾਂ ਨੇਤਰਾਂ ਦੇ ਵਿੱਚ ਗੁਰੂ ਦਰਸ਼ਨਾਂ ਦਾ ਧਿਆਨ ਧਰਦਾ ਹਮੇਸ਼ਾ। ਗੁਰਮੂਰਤ ਹੋਈ, ਤੇ ਗੁਰੂ ਦਾ ਸਵਰੂਪ ਹੀ ਹੋ ਜਾਂਦਾ ਹੈ, ਗੁਰੂ ਦਾ ਹੀ ਰੂਪ ਹੋ ਜਾਂਦਾ ਹੈ, ਗੁਰੂ ਵਰਗਾ ਹੀ ਬਣ ਜਾਂਦਾ ਹੈ। ਉਹਨੇ ਆਪਣੇ ਨੇਤਰਾਂ ਦੇ ਵਿੱਚ ਗੁਰੂ ਸਵਰੂਪ ਨੂੰ ਟਿਕਾਇਆ ਹੋਇਆ ਹੈ, ਸਦਾ ਉਹਦੇ ਧਿਆਨ ਦੇ ਵਿੱਚ ਗੁਰੂ ਦਾ ਸਵਰੂਪ ਵਸਿਆ ਰਹਿੰਦਾ ਹੈ। ਸ਼ਬਦ ਸੁਰਤ ਕਰ ਕੀਰਤਨ ਸਤ ਸੰਗ ਵਿਲੋਈ। ਫਿਰ ਉਹ ਜਿਹੜਾ ਸਿੱਖ ਹੈ ਨਾ, ਉਹ ਸ਼ਬਦ ਦਾ ਪ੍ਰੀਤ ਦੇ ਨਾਲ ਕੀਰਤਨ ਕਰਦਾ ਹੈ। ਸ਼ਬਦ ਸੁਰਤ ਕਰ ਕੀਰਤਨ, ਉਹਦਾ ਪਿਆਰ ਗੁਰੂ ਦੇ ਸ਼ਬਦ ਨਾਲ ਹੈ, ਤੇ ਪਿਆਰ ਸ਼ਬਦ ਨਾਲ ਕਰਦਾ ਹੋਇਆ ਕੀਰਤਨ ਕਰਦਾ ਹੈ। ਸਤ ਸੰਗ ਵਿਲੋਈ, ਸਤ ਸੰਗਤ ਦੇ ਵਿੱਚ ਗੁਰਬਾਣੀ ਦੇ ਸ਼ਬਦ ਨੂੰ ਵਿਚਾਰਦਾ ਹੈ। ਵਿਲੋਈ ਦਾ ਆਖਰੀ ਅਰਥ ਹੁੰਦਾ ਰਿੜਕਣਾ। ਰਿੜਕਣ ਤੋਂ ਭਾਵ ਮੰਥਨ ਕਰਨਾ, ਮਤਲਬ ਸ਼ਬਦ ਦੀ ਵਿਚਾਰ ਕਰਨੀ। ਸੋ ਉਹ ਐਸਾ ਸਿੱਖ ਹੈ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ ਕਿਹੜਾ ਹੈ? ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਇਹ ਗੁਰਮੰਤਰ ਬਖਸ਼ਿਆ ਹੈ, ਜਪ ਹਉਮੈ ਖੋਈ। ਤੇ ਸਿੱਖ ਕੀ ਕਰਦਾ ਹੈ? ਇਸ ਗੁਰਮੰਤਰ ਦਾ ਜਾਪ ਕਰਕੇ ਆਪਣੇ ਅੰਦਰ ਦੀ ਹਉਮੈ ਨੂੰ ਦੂਰ ਕਰ ਲੈਂਦਾ ਹੈ। ਵਾਹਿਗੁਰੂ ਗੁਰਮੰਤਰ ਐਸਾ ਹੈ, ਜਿਵੇਂ ਜਿਵੇਂ ਸਿੱਖ ਜਪਦਾ ਹੈ, ਸਿੱਖ ਦੇ ਅੰਦਰ ਦੀ ਹਉਮੈ ਦੀ ਮੈਲ ਦੀ ਨਿਵਰਤੀ ਹੁੰਦੀ ਹੈ, ਹਉਮੈ ਦੀ ਮੈਲ ਦੂਰ ਹੁੰਦੀ ਹੈ। ਇਹ ਗੁਰੂ ਦਾ ਬਖਸ਼ਿਆ ਗੁਰਮੰਤਰ ਹੈ। ਆਪ ਗਵਾਏ ਆਪ ਹੈ, ਗੁਣ ਗੁਣੀ ਪਰੋਈ। ਤੇ ਜਿਹੜਾ ਗੁਰਮੰਤਰ ਦਾ ਜਾਪ ਕਰਦਾ ਹੋਇਆ ਆਪ ਗਵਾਏ, ਆਪਾ ਭਾਵ ਨੂੰ, ਮੈਂ ਮੇਰੀ ਨੂੰ ਦੂਰ ਕਰ ਲੈਂਦਾ ਹੈ, ਉਹ ਆਪਣੇ ਵਾਸਤਵਿਕ ਆਤਮਿਕ ਸਵਰੂਪ ਨੂੰ ਜਾਣ ਲੈਂਦਾ ਹੈ। ਗੁਣ ਗੁਣੀ ਪਰੋਈ, ਤੇ ਗੁਣਾਂ ਵਾਲੇ ਪਰਮੇਸ਼ਰ ਦੇ ਵਿੱਚ ਉਹ ਗੁਣ ਧਾਰ ਕੇ ਉਹਦੇ ਵਿੱਚ ਪਰੋਤਾ ਜਾਂਦਾ ਹੈ। ਭਾਵ ਵਾਹਿਗੁਰੂ ਦੇ ਨਾਲ ਉਹ ਇਕਮਿਕ ਹੋ ਜਾਂਦਾ ਹੈ। ਫਿਰ ਉਹ ਜਿਸ ਪਾਸੇ ਦੇਖਦਾ ਹੈ, ਉਹਨੂੰ ਚਾਰੇ ਪਾਸੇ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਵੀ ਆਪਣੀਆਂ ਗਜ਼ਲਾਂ ਦੇ ਵਿੱਚ ਫਰਮਾਉਂਦੇ ਹੈ, ਬਹਿਰ ਤਰਫ ਕੇ ਨਜ਼ਰ ਦਰਦ ਰੂਏ ਯਾਰ ਆਮਦ। ਕਹਿੰਦੇ ਮੈਂ ਜਿੱਧਰ ਵੇਖਦਾ ਹਾਂ, ਮੇਰਾ ਵਾਹਿਗੁਰੂ ਹੀ ਮੈਨੂੰ ਨਜ਼ਰ ਆਉਂਦਾ ਹੈ। ਸਾਰੀਆਂ ਥਾਵਾਂ 'ਤੇ ਉਹੀ ਵਸਿਆ ਹੋਇਆ ਹੈ। ਹਰ ਜਾ ਕੇ ਬੇਗਰੰਦ ਜਮਾਲੇ ਤੋਂ ਬੇਗਰੰਦ, ਉਹਦਾ ਜਮਾਲ ਹੈ ਚਾਰੇ ਪਾਸੇ। ਸਾਰੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹ ਵਾਹਿਗੁਰੂ ਦਾ ਸਵਰੂਪ ਹੀ ਵੇਖਦੇ ਹੈ। ਉਹਨਾਂ ਨੂੰ ਬੋਲਾਂ ਦੇ ਵਿੱਚੋਂ ਵੀ ਵਾਹਿਗੁਰੂ ਦਾ ਨਾਮ ਸੁਣਾਈ ਦਿੰਦਾ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹਨਾਂ ਨੂੰ ਹੋਰ ਕੋਈ ਸੁਣਾਈ ਹੀ ਨਹੀਂ ਦਿੰਦਾ। ਸੋ ਇਸ ਤਰ੍ਹਾਂ ਵਾਹਿਗੁਰੂ ਦੇ ਵਿੱਚ ਉਹ ਇਕਮਿਕ ਹੋ ਜਾਂਦੇ ਹੈ। ਅਗਲੀ ਤੀਸਰੀ ਪੌੜੀ ਵਿੱਚ
ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਹੈ, ਦਰਸ਼ਨ ਦਿਸ਼ਟ ਸੰਜੋਗ ਹੈ, ਭੈ ਭਾਏ ਸੰਜੋਗੀ। ਜਿਸ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਦੇ ਦਰਸ਼ਨਾਂ ਦਾ ਸੰਜੋਗ ਹੈ, ਦ੍ਰਿਸ਼ਟੀ ਹੈ ਜਿਹੜੀ ਨਜ਼ਰ ਹੈ, ਜਿਹਦੀ ਦ੍ਰਿਸ਼ਟੀ ਵਿੱਚ ਗੁਰੂ ਦਰਸ਼ਨ ਦਾ ਮੇਲ ਹੈ, ਭੈ ਭਾਏ ਸੰਜੋਗੀ। ਉਹ ਭੈ ਤੇ ਭਾਏ ਦਾ ਅਰਥ ਹੁੰਦਾ ਪ੍ਰੇਮ ਦਾ ਮੇਲੀ ਹੈ। ਜਿਹਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਦਰਸ਼ਨਾਂ ਦਾ ਸੰਜੋਗ ਮੇਲ ਹੈ, ਉਹ ਹਿਰਦੇ ਦੇ ਵਿੱਚ ਭੈ ਤੇ ਪ੍ਰੇਮ ਨੂੰ ਰੱਖਣ ਵਾਲਾ ਹੈ। ਗੁਰੂ ਦਾ ਭੈ ਹੁੰਦਾ ਉਹਦੇ ਮਨ ਵਿੱਚ, ਤੇ ਗੁਰੂ ਭੈ ਵਿੱਚ ਚੱਲਦਾ ਹੈ, ਮੈਂ ਕੋਈ ਵੀ ਗੁਰੂ ਸਿਧਾਂਤ ਤੋਂ ਉਲਟ ਜਾ ਕੇ ਕਰਮ ਨਾ ਕਰਾਂ। ਤੇ ਭਾਈ ਉਹਦਾ ਪ੍ਰੇਮ ਹੁੰਦਾ, ਪ੍ਰੇਮ ਦੇ ਨਾਲ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਸ਼ਬਦ ਸੁਰਤ ਬੈਰਾਗ ਹੈ, ਸੁਖ ਸਹਿਜ ਅਰੋਗੀ। ਤੇ ਉਹ ਸ਼ਬਦ ਸੁਰਤ ਬੈਰਾਗ ਹੈ, ਜਿਸ ਦਾ ਗੁਰੂ ਦੇ ਸ਼ਬਦ ਦੇ ਨਾਲ ਪ੍ਰੇਮ ਹੈ, ਸ੍ਰੇਸ਼ਟ ਪ੍ਰੇਮ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹਦੇ ਅੰਦਰ ਵੈਰਾਗ ਹੈ। ਉਹ ਸੰਸਾਰ ਤੋਂ ਉਪਰਾਮ ਹੁੰਦਾ ਹੈ, ਪਦਾਰਥਾਂ ਦੇ ਨਾਲ ਨਹੀਂ ਜੁੜਦਾ। ਸੁਖ ਸਹਿਜ ਅਰੋਗੀ, ਤੇ ਉਹ ਸਹਿਜ ਸੁੱਖ ਵਿੱਚ ਟਿਕਿਆ ਹੋਇਆ ਸਦਾ ਹੀ ਅਰੋਗੀ ਰਹਿੰਦਾ ਹੈ। ਉਹਨੂੰ ਕੋਈ ਰੋਗ ਨਹੀਂ ਹੁੰਦਾ। ਉਹਦਾ ਤਨ ਵੀ ਅਰੋਗੀ ਹੁੰਦਾ ਤੇ ਉਹਦਾ ਮਨ ਵੀ ਅਰੋਗੀ ਹੁੰਦਾ। ਉਹਦੇ ਮਨ ਨੂੰ ਕੋਈ ਵਿਸ਼ਿਆਂ ਦਾ ਰੋਗ ਨਹੀਂ ਹੁੰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਕੋਈ ਰੋਗ ਨਹੀਂ ਉਹਦੇ ਮਨ ਨੂੰ ਹੁੰਦਾ। ਉਹਦਾ ਤਨ ਵੀ ਤੰਦਰੁਸਤ ਤੇ ਮਨ ਵੀ ਤੰਦਰੁਸਤ ਹੁੰਦਾ ਹੈ। ਇਸ ਤਰ੍ਹਾਂ ਦਾ ਅਰੋਗੀ ਹੁੰਦਾ ਹੈ, ਕਿਉਂਕਿ ਉਹਨਾਂ ਨੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਨਾਮ ਔਸ਼ਧੀ ਨੂੰ ਵਰਤਿਆ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਇਸ ਲਈ ਉਹ ਅਰੋਗ ਹੁੰਦੇ ਹੈ। ਮਨ ਬਚ ਕਰਮ ਨ ਭਰਮ ਹੈ, ਜੋਗੀ ਸਰ ਜੋਗੀ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੇ ਨਾ ਮਨ ਵਿੱਚ ਭਰਮ ਹੁੰਦਾ, ਨਾ ਬਚਨਾਂ ਵਿੱਚ ਭਰਮ ਹੁੰਦਾ, ਤੇ ਨਾ ਹੀ ਕਰਮਾਂ ਦੇ ਵਿੱਚ ਕੋਈ ਭਰਮ ਹੁੰਦਾ। ਮਨ ਬਚ ਕਰਮ, ਤਿੰਨਾਂ ਦੇ ਵਿੱਚ ਕੋਈ ਭਰਮ ਵਾਲੀ ਗੱਲ ਹੁੰਦੀ ਨਹੀਂ। ਨਾ ਤਾਂ ਉਹ ਜ਼ੁਬਾਨ ਤੋਂ ਭਰਮਾਂ ਵਾਲੇ ਬੋਲ ਕਹਿੰਦੇ ਆ ਵੀ ਲੋਕ ਭਰਮ ਵਿੱਚ ਪੈ ਜਾਣ। ਉਹਨਾਂ ਦੇ ਮਨ ਵਿੱਚ ਵੀ ਕੋਈ ਭੁਲੇਖਾ ਭਰਮ ਨਹੀਂ ਹੁੰਦਾ। ਸਾਰੀਆਂ ਥਾਵਾਂ 'ਤੇ ਰੱਬੀ ਜੋਤ ਨੂੰ ਵਸਦਾ ਜਾਣਦੇ ਹੈ। ਅਤੇ ਕਰਮ ਦਾ ਅਰਥ ਜੋ ਕਰਦੇ ਹੈ, ਉਹ ਭਰਮ ਭੁਲੇਖੇ ਵਾਲੇ ਕਰਮ ਨਹੀਂ ਕਰਦੇ। ਉਹ ਕਰਮ ਕਰਦੇ ਹੈ ਜੋ ਗੁਰੂ ਨੇ ਕਿਹਾ, ਜਿਨ੍ਹਾਂ ਦਾ ਗੁਰੂ ਦੇ ਨਾਲ ਤਾਲੁਕ ਹੈ, ਐਸੇ ਕਰਮ ਕਰਦੇ। ਸੋ ਮਨ ਬਚਨ ਅਤੇ ਕਰਮਾਂ ਦੇ ਵਿੱਚ ਕੋਈ ਉਹਨਾਂ ਦੇ ਭਰਮ ਭੁਲੇਖਾ ਨਹੀਂ ਹੁੰਦਾ। ਜੋਗੀ ਸਰ ਜੋਗੀ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਚਰਨਾਂ ਨਾਲ ਜੁੜੇ ਹੋਏ ਇਹੋ ਜਿਹੇ ਜਿਹੜੇ ਸਿੱਖ ਨੇ, ਉਹ ਜੋਗੀਆਂ ਦੇ ਵੀ ਸ਼੍ਰੋਮਣੀ ਹਨ। ਉਹ ਵੱਡੇ ਜੋਗੀ ਨੇ। ਗੁਰਸਿੱਖ ਜੋਗੀ ਵੀ ਹੈ ਨਾ। ਇੱਕ ਤਾਂ ਬਾਹਰ ਦੇ ਜੋਗੀ ਵੇਖਦੇ ਹਾਂ, ਕੰਨ ਪੜਵਾਏ, ਮੁੰਦਰਾਂ ਪਾ ਲਈਆਂ, ਖਫਣੀ ਪਾ ਲਈ, ਡੰਡਾ ਹੱਥ ਵਿੱਚ ਫੜ ਲਿਆ, ਖੱਪਰ ਫੜ ਲਿਆ, ਸਿੰਘੀ ਵਜਾ ਲਈ, ਸਵਾਹ ਮਲ ਲਈ ਪਿੰਡੇ 'ਤੇ, ਘਰ-ਬਾਰ ਛੱਡਿਆ, ਪਿੰਡਾਂ 'ਚ ਮੰਗ ਕੇ ਖਾਂਦੇ ਰਹੇ। ਇੱਕ ਉਹ ਵੀ ਜੋਗੀ ਕਹਾਉਂਦੇ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਹੈ ਤਾਂ ਉਹ ਵੀ ਜੋਗੀ, ਪਰਮੇਸ਼ਰ ਦੇ ਨਾਲ ਚਰਨਾਂ ਨਾਲ ਜੁੜਿਆ ਹੋਇਆ, ਪਰ ਉਹ ਸਭ ਤੋਂ ਸ਼੍ਰੋਮਣੀ ਹੈ। ਉਹ ਜੋਗੀਆਂ ਦਾ ਵੀ ਜੋਗੀ ਹੈ। ਐਸਾ ਸਿੱਖ ਹੈ। ਪਿਰਮ ਪਿਆਲਾ ਪੀਵਣਾ, ਅੰਮ੍ਰਿਤ ਰਸ ਭੋਗੀ। ਅਤੇ ਗੁਰਸਿੱਖ ਜੋਗੀ ਜਿਹੜਾ ਹੈ, ਉਹ ਪ੍ਰੇਮ ਪਿਆਲੇ ਨੂੰ ਪੀਂਦਾ ਹੈ। ਅੰਮ੍ਰਿਤ ਰਸ ਭੋਗੀ, ਨਾਮ ਅੰਮ੍ਰਿਤ ਰਸ ਨੂੰ ਭੋਗਦਾ ਹੈ, ਇਸ ਆਨੰਦ ਨੂੰ ਮਾਣਦਾ ਹੈ। ਉਹ ਪ੍ਰੇਮ ਦਾ ਪਿਆਲਾ ਪੀਂਦਾ। ਬਾਹਰ ਜੋਗੀ ਸ਼ਰਾਬ ਦੇ ਪਿਆਲੇ ਪੀਂਦੇ ਸਨ। ਅਤੇ ਮਹਾਰਾਜ ਨੇ ਜਦੋਂ ਸਤਿਗੁਰੂ ਦੀ, ਗੁਰੂ ਨਾਨਕ ਸਾਹਿਬ ਜੀ ਦੀ ਚਰਚਾ ਹੁੰਦੀ ਹੈ ਭਰਥਰੀ ਜੋਗੀ ਦੇ ਨਾਲ, ਅਤੇ ਮਹਾਰਾਜ ਫਿਰ ਉਹਨੂੰ ਪ੍ਰੇਮ ਦਾ ਪਿਆਲਾ ਪੀਣ ਦੀ ਜਾਚ ਸਿਖਾਉਂਦੇ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਆਮਿਓ ਚੁਆਈਐ। ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਨਹਦ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ।
ਸਾਰਾ ਮਹਾਰਾਜ ਸਮਝਾਉਂਦੇ ਆ ਵੀ ਆ ਵੇਖੋ ਪ੍ਰੇਮ ਦੀ ਸ਼ਰਾਬ, ਪ੍ਰੇਮ ਦੇ ਪਿਆਲੇ ਨੂੰ ਪੀਵੋ, ਇਹਦੇ ਵਰਗਾ ਹੋਰ ਕੋਈ ਪਿਆਲਾ ਹੈ ਹੀ ਨਹੀਂ ਦੁਨੀਆ ਦੇ ਵਿੱਚ। ਅਤੇ ਜਿਹੜਾ ਪੀ ਲੈਂਦਾ ਪ੍ਰੇਮ ਦੇ ਪਿਆਲੇ ਨੂੰ, ਉਹ ਖੀਵਾ ਹੋ ਜਾਂਦਾ, ਮਸਤ ਹੋ ਜਾਂਦਾ। ਐਸੀ ਮਸਤੀ ਜਿਹੜੀ ਫਿਰ ਕਦੇ ਲੈਂਦੀ ਨਹੀਂ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਪਿਰਮ ਪਿਆਲਾ ਪੀਵਣਾ, ਉਹ ਪ੍ਰੇਮ ਰਸ ਦੇ ਪਿਆਲੇ ਨੂੰ ਪੀਂਦਾ ਗੁਰੂ ਕਾ ਸਿੱਖ। ਅੰਮ੍ਰਿਤ ਰਸ ਭੋਗੀ, ਅਤੇ ਇਸ ਨਾਮ ਅੰਮ੍ਰਿਤ ਦੇ ਰਸ ਨੂੰ ਭੋਗਦਾ ਹੈ। ਭੋਗਣ ਦਾ ਅਰਥ ਮਾਣਦਾ, ਉਸ ਆਨੰਦ ਨੂੰ ਮੰਨਣਾ। ਗਿਆਨ ਧਿਆਨ ਸਿਮਰਨ ਮਿਲੈ, ਪੀ ਅਪਿਓ ਅਸੋਗੀ। ਗੁਰੂ ਦੇ ਗਿਆਨ ਧਿਆਨ ਅਤੇ ਸਿਮਰਨ ਦੇ ਵਿੱਚ ਉਸ ਸਿੱਖ ਦਾ ਸਦਾ ਹੀ ਮਨ ਮਿਲਿਆ ਰਹਿੰਦਾ ਹੈ। ਜਿਹੜਾ ਪ੍ਰੇਮ ਦਾ ਪਿਆਲਾ ਪੀਣ ਵਾਲਾ ਹੈ ਨਾ, ਉਹਦਾ ਮਨ ਗੁਰੂ ਦੇ ਗਿਆਨ ਵਿੱਚ, ਗੁਰੂ ਦੇ ਧਿਆਨ ਵਿੱਚ, ਅਤੇ ਗੁਰੂ ਨੇ ਜਿਹੜਾ ਨਾਮ ਮੰਤਰ ਦਿੱਤਾ ਹੈ ਸਿਮਰਨ ਦੇ ਵਿੱਚ ਸਦਾ ਹੀ ਲੱਗਾ ਰਹਿੰਦਾ ਹੈ। ਪੀ ਅਪਿਓ ਅਸੋਗੀ, ਅਤੇ ਨਾਮ ਅੰਮ੍ਰਿਤ ਨੂੰ ਪੀ ਕਰਕੇ ਉਹ ਅਸੋਗੀ ਹੋ ਗਿਆ। ਅਸੋਗੀ ਇੱਕ ਹੁੰਦਾ ਸੋਗੀ, ਚਿੰਤਾ ਵਾਲਾ, ਫਿਕਰ ਵਾਲਾ, ਅਤੇ ਮੂਹਰੇ ਐੜਾ ਲੱਗਾ ਅਸੋਗੀ। ਉਹਦੀਆਂ ਤਾਂ ਚਿੰਤਾਵਾਂ ਹੀ ਦੂਰ ਹੋ ਗਈਆਂ, ਸਾਰੇ ਫਿਕਰ ਮੁੱਕ ਗਏ। ਚਾ ਲਾਗੇ ਉਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੁਝੈ ਨ ਵਿਆਪਈ, ਨਾਨਕ ਮਿਟੈ ਉਪਾਧ। ਪਾਤਸ਼ਾਹ ਜੀ ਕਹਿੰਦੇ ਗੁਰੂ ਦਾ ਬਚਨ ਮੰਨ ਕੇ ਅੰਮ੍ਰਿਤ ਵੇਲੇ ਉੱਠ ਕੇ ਚਾ ਲਾਗੇ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ, ਕੋਈ ਚਿੰਤਾ ਹੀ ਨਹੀਂ ਤੈਨੂੰ ਵਿਆਪੇਗੀ। ਸੋ ਅਸੋਗੀ ਹੋ ਜਾਂਦਾ ਸਿੱਖ, ਸਾਰੇ ਉਹਦੇ ਜਿਹੜੇ ਰੋਗ ਨੇ ਸਿੱਖ ਦੇ ਦੂਰ ਹੋ ਜਾਂਦੇ ਹੈ। ਸੋ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹ ਜੁੜ ਜਾਂਦਾ ਹੈ। ਅਗਲੀ ਚੌਥੀ ਪੌੜੀ ਦੇ ਵਿੱਚ ਫਿਰ ਭਾਈ ਗੁਰਦਾਸ ਜੀ ਪ੍ਰੇਮ ਰਸ ਦਾ ਜ਼ਿਕਰ ਕਰ ਰਹੇ ਹੈ। ਗੁਰਮੁਖ ਸੁਖ ਫਲ ਪਿਰਮ ਰਸ, ਕਿਉ ਆਖ ਵਖਾਣੈ। ਜਿਸ ਪ੍ਰੇਮ ਰਸ ਦੇ ਪਿਆਲੇ ਨੂੰ ਗੁਰਸਿੱਖ ਪੀਂਦਾ ਹੈ, ਅਤੇ ਉਸ ਪ੍ਰੇਮ ਰਸ ਕਰਕੇ ਜੋ ਉਹਨੂੰ ਆਨੰਦ ਮਿਲਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹਦੇ ਬਾਰੇ ਤਾਂ ਕੋਈ ਦੱਸ ਹੀ ਨਹੀਂ ਸਕਦਾ, ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਗੁਰਮੁਖ ਸੁਖ ਫਲ ਪਿਰਮ ਰਸ, ਗੁਰਮੁਖਾਂ ਨੂੰ ਪ੍ਰੇਮ ਦਾ ਰਸ ਪੀ ਕੇ ਜੋ ਸੁਖ ਫਲ, ਜੋ ਆਨੰਦ ਮਿਲਿਆ ਹੈ, ਜੋ ਆਨੰਦ ਦੀ ਮਸਤੀ ਉਹਨਾਂ ਨੂੰ ਹੁੰਦੀ ਹੈ, ਕਿਉਂ ਆਖ ਵਖਾਣੇ। ਇਹਨੂੰ ਕਿਵੇਂ ਕੋਈ ਵਿਆਖਿਆ ਕਰਕੇ ਕਹਿ ਸਕਦਾ ਹੈ, ਕੋਈ ਨਹੀਂ ਦੱਸ ਸਕਦਾ। ਸੁਣ ਸੁਣ ਆਖਣ ਆਖਣਾ, ਉਹ ਸਾਓ ਨਾ ਜਾਣੇ। ਸੁਣ ਸੁਣ ਕੇ ਤਾਂ ਅੱਗੇ ਕਹਿੰਦੇ ਹੈ, ਸੁਣ ਸੁਣ ਕੇ ਜਾਂ ਪੜ੍ਹ ਕੇ ਅੱਗੇ ਦੱਸਦੇ ਜ਼ਰੂਰ ਹੈ ਵੀ ਪ੍ਰੇਮ ਰਸ ਵਰਗਾ ਕੋਈ ਦੁਨੀਆ ਦਾ ਰਸ ਨਹੀਂ, ਇਹਦਾ ਸਵਾਦ ਬੜਾ ਵੱਖਰਾ ਹੁੰਦਾ, ਅਲੌਕਿਕ ਹੁੰਦਾ, ਪਰ ਉਹਨਾਂ ਨੇ ਕਦੇ ਮਾਣਿਆ ਨਹੀਂ ਹੁੰਦਾ। ਸੁਣ ਸੁਣ ਆਖਣ ਆਖਣਾ, ਸੁਣ ਸੁਣ ਕੇ ਸਭਾ ਦੇ ਵਿੱਚ, ਦਰਬਾਰਾਂ ਦੇ ਵਿੱਚ ਵਿਆਖਿਆਨ ਲੋਕ ਕਹਿੰਦੇ ਹੈ, ਉਹ ਸਾਓ ਨਾ ਜਾਣੇ, ਪਰ ਉਹ ਇਸ ਪ੍ਰੇਮ ਰਸ ਦੇ ਸਵਾਦ ਨੂੰ ਜਾਣਦੇ ਨਹੀਂ। ਬ੍ਰਹਮਾ ਬਿਸ਼ਨ ਮਹੇਸ਼ ਮਿਲ, ਕਥ ਵੇਦ ਪੁਰਾਣੇ। ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜੇ ਵੱਡੇ ਦੇਵਤੇ ਨੇ ਨਾ, ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ, ਇਹ ਵੀ ਮਿਲ ਕੇ ਵੇਦਾਂ ਪੁਰਾਣਾਂ ਨੂੰ ਕਥਨ ਪਏ ਕਰਦੇ ਹੈ। ਇਹ ਵੀ ਉਰੇ ਦੀਆਂ ਹੀ ਗੱਲਾਂ ਕਰਦੇ ਹੈ। ਨਾਮ ਰਸ ਦੀ ਪ੍ਰਾਪਤੀ ਇਹਨਾਂ ਨੂੰ ਵੀ ਨਹੀਂ ਹੋਈ, ਨਾਮ ਰਸ ਤੋਂ ਇਹ ਵੀ ਵਾਂਝੇ ਰਹੇ ਹੈ। ਇਹ ਵੀ ਉਸ ਰਸ ਤੱਕ ਪੁੱਜੇ ਨਹੀਂ ਜਿਸ ਪ੍ਰੇਮ ਰਸ ਨੂੰ ਗੁਰਮੁਖਾਂ ਨੇ ਮਾਣਿਆ ਹੈ, ਜਿੱਥੋਂ ਤੱਕ ਗੁਰਮੁਖ ਪੁੱਜੇ ਹਨ। ਸੋ ਇਹ ਵੀ ਉਰੇ ਹੀ ਰਹਿ ਗਏ ਹੈ। ਚਾਰ ਕਤੇਬਾਂ ਆਖੀਆਂ ਦੀਨ ਮੁਸਲਮਾਣੇ। ਦੀਨ ਮੁਸਲਮਾਣੇ, ਇਸਲਾਮ ਦੀਆਂ ਚਾਰ ਕਤੇਬਾਂ ਕਹੀਆਂ ਜਾਂਦੀਆਂ ਨੇ। ਚਾਰ ਕਤੇਬ ਸ਼ਰੀਅਤ, ਤਰੀਕਤ, ਹਕੀਕਤ ਅਤੇ ਮਾਰਫਤ। ਦੀਨ ਮੁਸਲਮਾਣੇ, ਇਹ ਵੀ ਮੁਸਲਮਾਨ ਦੀਨ ਧਰਮ ਦੀ ਗੱਲ ਕਰਦੀਆਂ ਨੇ, ਸ਼ਰ੍ਹਾ ਦੀ ਗੱਲ ਕਰਦੀਆਂ ਨੇ, ਪਰ ਉਹ ਪ੍ਰੇਮ ਰਸ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਇਹਨਾਂ ਨੂੰ ਪੜ੍ਹਨ ਵਾਲੇ ਹੈ ਕਤੇਬਾਂ ਨੂੰ, ਉਹ ਵੀ ਉਸ ਪ੍ਰੇਮ ਰਸ ਨੂੰ ਨਾ ਤਾਂ ਉਹਨਾਂ ਨੇ ਮਾਣਿਆ, ਉਸ ਪ੍ਰੇਮ ਰਸ ਦੇ ਸਵਾਦ ਨੂੰ ਉਹਨਾਂ ਨੇ ਬਿਲਕੁਲ ਨਹੀਂ ਜਾਣਿਆ। ਮੁਸਲਮਾਨਾਂ ਦੇ ਦੀਨ ਨੂੰ ਇਹ ਜਿਹੜੀਆਂ ਚਾਰ ਕਤੇਬਾਂ
ਇਹ ਕਹਿੰਦੀਆਂ ਕਥਨ ਕਰਦੀਆਂ। ਅਤੇ ਇਹਨਾਂ ਦੇ ਜਿਹੜੇ ਪੜ੍ਹਨ ਵਾਲੇ ਹੈ ਉਹ ਇਸਲਾਮ ਦੀ ਵਿਰੋਧੀ ਕਿਵੇਂ ਹੋਵੇ, ਇਹਨਾਂ ਗੱਲਾਂ ਦੇ ਵਿੱਚ ਫਸੇ ਹੈ, ਪਰ ਪ੍ਰੇਮ ਰਸ ਨੂੰ ਉਹ ਵੀ ਨਹੀਂ ਮਾਣਦੇ। ਸੇਸ ਨਾਗ ਸਿਮਰਨ ਕਰੈ ਸਾਂਗੀਤ ਸੁਹਾਣੈ। ਅਤੇ ਜਿਹੜਾ ਸ਼ੇਸ਼ ਨਾਗ ਹੈ ਨਿਤ ਨਵੇਂ ਨਾਮ ਪਰਮੇਸ਼ਰ ਦੇ ਪੁਕਾਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਸਾਂਗੀਤ ਸੁਹਾਣੇ। ਸਾਂਗੀਤ ਸੁਹਾਣੇ ਦਾ ਮਤਲਬ ਸੋਹਣੇ ਛੰਦ ਬੰਦ। ਸ਼ੇਸ਼ ਨਾਗ ਵੀ ਸੋਹਣੇ ਛੰਦਾਂ ਨੂੰ ਉਚਾਰਦਾ, ਉਹਨਾਂ ਦਾ ਸਿਮਰਨ ਕਰਦਾ, ਪਰ ਪ੍ਰੇਮ ਰਸ ਦੀ ਕਦਰ ਸ਼ੇਸ਼ ਨਾਗ ਨੇ ਵੀ ਨਹੀਂ ਜਾਣੀ, ਉਹ ਵੀ ਪ੍ਰੇਮ ਰਸ ਨੂੰ ਨਹੀਂ ਜਾਣ ਸਕਦਾ। ਅਨਹਦ ਨਾਦ ਅਸੰਖ ਸੁਣ ਹੋਏ ਹੈਰਾਣੇ। ਅਤੇ ਅਸੰਖਾਂ ਅਣਗਿਣਤ ਹੀ ਜੋਗੀ ਹਨ ਜਿਹੜੇ ਸਮਾਧੀ ਲਾ ਕਰਕੇ ਅਨਹਦ ਨਾਦ ਨੂੰ ਸੁਣਦੇ ਹੈ ਅਤੇ ਉਹਨੂੰ ਸੁਣ ਸੁਣ ਕੇ ਹੈਰਾਨ ਹੋਈ ਜਾਂਦੇ ਹੈ। ਪਰ ਉਹ ਜੋਗੀ ਲੋਕ ਜਿਹੜੇ ਹੈ ਨਾ, ਅਨਹਦ ਵਾਜਿਆਂ ਦੇ ਨਾਦ ਨੂੰ, ਉਸ ਧੁਨੀ ਨੂੰ ਸੁਣ ਕੇ ਹੈਰਾਨ ਹੁੰਦੇ ਹੈ, ਉਹ ਵੀ ਪ੍ਰੇਮ ਰਸ ਨੂੰ ਨਹੀਂ ਜਾਣਦੇ। ਨਾ ਉਹਦਾ ਸਵਾਦ ਜਾਣਦੇ ਹੈ, ਉਹਦਾ ਰਸ ਕੀ ਹੈ, ਉਹਦੀ ਮਸਤੀ ਕੀ ਹੈ, ਆਨੰਦ ਕੀ ਹੈ, ਉਹਨੂੰ ਨਹੀਂ ਜਾਣਦੇ। ਅਤੇ ਨਾ ਹੀ ਉਹਦੇ ਬਾਰੇ ਇਹ ਜੋਗੀ ਕਥਨ ਕਰ ਸਕਦੇ ਹੈ। ਅਕਥ ਕਥਾ ਕਰ ਨੇਤ ਨੇਤ ਪੀ ਲਾਏ ਭਾਣੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਪਰਮੇਸ਼ਰ ਦੀ ਜਿਹੜੀ ਕਥਾ ਹੈ ਨਾ ਉਹ ਅਕਥ ਹੈ। ਇਸ ਨੂੰ ਕਥਨ ਕਰਕੇ ਗੁਰਮੁਖ ਨੇਤ ਨੇਤ ਹੀ ਕਹਿੰਦੇ ਹੈ। ਵਾਹਿਗੁਰੂ ਬੇਅੰਤ ਹੈ, ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰੇਮ ਰਸ ਵਿੱਚ ਮਗਨ ਰਹਿੰਦੇ ਹੈ। ਪੀ ਲਾਏ ਭਾਣੇ। ਪਰ ਵਾਹਿਗੁਰੂ ਜਿਹਦੇ 'ਤੇ ਕਿਰਪਾ ਕਰਦਾ ਨਾ, ਜਿਸ ਨੂੰ ਆਪਣੇ ਭਾਣੇ ਵਿੱਚ ਪ੍ਰੇਮ ਰਸ ਪਿਆਉਂਦਾ ਹੈ, ਉਹੀ ਇਸ ਪ੍ਰੇਮ ਰਸ ਦੇ ਆਨੰਦ ਨੂੰ ਜਾਣਦਾ ਹੈ, ਦੂਜਾ ਕੋਈ ਨਹੀਂ ਜਾਣਦਾ। ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ। ਇਸ ਰਸ ਨੂੰ ਤੇ ਜਿਹਨੇ ਪੀਤਾ ਉਹਨੇ ਇਹਦੇ ਸਵਾਦ ਨੂੰ ਜਾਣਿਆ। ਪਰ ਉਹ ਜਾਣਨ ਵਾਲਾ ਫਿਰ ਜਿਹੜਾ ਨਾ, ਫਿਰ ਬੋਲ ਕੇ ਨਹੀਂ ਦੱਸ ਸਕਦਾ। ਅਗਲੀ 5ਵੀਂ ਪੌੜੀ ਦੇ ਵਿੱਚ ਵੀ ਪ੍ਰੇਮ ਰਸ ਦਾ ਹੀ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਵੀ ਬੋਲ ਕੇ ਉਸ ਪ੍ਰੇਮ ਰਸ ਨੂੰ ਦੱਸਿਆ ਨਹੀਂ ਜਾ ਸਕਦਾ। ਗੁਰਮੁਖ ਸੁਖ ਫਲ ਪਿਰਮ ਰਸ ਛੇ ਰਸ ਹੈ ਰਾਣਾ। ਗੁਰਮੁਖ ਨੂੰ ਪ੍ਰੇਮ ਰਸ ਦਾ ਜੋ ਸੁਖ ਫਲ ਮਿਲਿਆ ਹੈ, ਭਾਈ ਗੁਰਦਾਸ ਜੀ ਕਹਿੰਦੇ ਉਸ ਪ੍ਰੇਮ ਰਸ ਦੇ ਅੱਗੇ ਜਿਹੜੇ 6 ਰਸ ਨੇ ਉਹ ਵੀ ਹੈਰਾਨ ਹਨ। ਦੁਨੀਆ ਦੇ ਵਿੱਚ 6 ਰਸ ਨੇ ਜਿਨ੍ਹਾਂ ਦੇ ਵਿੱਚ ਸਾਡੀ ਰਸਨਾ ਲੱਗੀ ਰਹਿੰਦੀ ਹੈ ਸਦਾ। ਮਿੱਠਾ, ਸਲੂਣਾ, ਚਰਪਰਾ ਜਿਹਨੂੰ ਤਿੱਖਾ ਕਹਿ ਦਿੰਦੇ, ਕਈਆਂ ਨੂੰ ਆਦਤ ਹੁੰਦੀ ਤਿੱਖਾ ਖਾਣ ਦੀ, ਔਰ ਇਸੇ ਤਰ੍ਹਾਂ ਕਸੈਲਾ, ਫਿਰ ਖੱਟਾ ਅਤੇ 6ਵਾਂ ਹੁੰਦਾ ਕੌੜਾ। ਇਹ 6 ਰਸ ਨੇ। ਜਿੰਨੇ ਪਦਾਰਥ ਦੁਨੀਆ ਦੇ ਬਣਦੇ ਇਹਨਾਂ 6 ਰਸਾਂ ਦੇ ਹੀ ਹੈ। ਕੋਈ ਮਿੱਠਾ, ਕੋਈ ਸਲੂਣਾ, ਕੋਈ ਚਰਪਰਾ ਹੈ, ਕੋਈ ਕੌੜਾ ਹੈ, ਕੋਈ ਖੱਟਾ ਹੈ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖਾਂ ਨੂੰ ਜੋ ਸੁੱਖ ਫਲ ਮਿਲਿਆ ਨਾ, ਪ੍ਰੇਮ ਰਸ ਪ੍ਰਾਪਤ ਹੋਇਆ, 6 ਰਸ ਹੈਰਾਣਾ। ਇਹ 6 ਰਸ ਵੀ ਹੈਰਾਨ ਹੁੰਦੇ ਉਹਦੇ ਅੱਗੇ ਵੀ ਸਾਡੇ ਕੋਲ ਵੀ ਉਹ ਰਸ ਨਹੀਂ ਜਿਹੜਾ ਪ੍ਰੇਮ ਰਸ ਦੇ ਕੋਲ ਆਨੰਦ ਹੈ। ਜਿਹੋ ਜਿਹਾ ਇਹ ਰਸ ਹੈ ਉਹ ਰਸ ਸਾਡਾ ਨਹੀਂ। ਛਤੀਹ ਅੰਮ੍ਰਿਤ ਤਰਸ ਦੇ ਵਿਸਮਾਦ ਵਿਡਾਣਾ। ਅਤੇ 36 ਪ੍ਰਕਾਰ ਦੇ ਜਿਹੜੇ ਭੋਜਨ ਹਨ, ਤਰ੍ਹਾਂ ਤਰ੍ਹਾਂ ਦੇ ਤਿਆਰ ਕੀਤੇ ਜਾਂਦੇ। ਇਹ 36 ਅੰਮ੍ਰਿਤ, ਕਈ ਪ੍ਰਕਾਰ ਦੇ ਅੰਮ੍ਰਿਤ ਰਸ ਉਸ ਪ੍ਰੇਮ ਰਸ ਨੂੰ ਤਰਸਦੇ ਰਹਿੰਦੇ ਹੈ। ਵਿਸਮਾਦ ਵਿਡਾਣਾ। ਅਤੇ ਅਸਚਰਜ ਤੋਂ ਅਸਚਰਜ, ਹੈਰਾਨ ਤੋਂ ਹੈਰਾਨ ਹੁੰਦੇ ਹੈ ਵੀ ਇਹਨਾਂ ਦੇ ਅੱਗੇ, ਇਸ ਪ੍ਰੇਮ ਰਸ ਦੇ ਅੱਗੇ ਅਸੀਂ ਤਾਂ ਕੁਛ ਵੀ ਨਹੀਂ ਹਾਂ। ਸਾਡੀ ਕੋਈ ਪਾਇਆ ਨਹੀਂ ਇਸ ਪ੍ਰੇਮ ਰਸ ਦੇ ਸਾਹਮਣੇ। ਜਿਹੜੇ 36 ਪ੍ਰਕਾਰ ਦੇ ਭੋਜਨ ਨੇ ਨਾ, ਉਹ ਇਹ ਗੱਲ ਕਹਿੰਦੇ ਹੈ ਵੀ ਲੋਕ ਭਾਵੇਂ ਸਾਨੂੰ ਸਵਾਦ ਲਾ ਲਾ ਕੇ ਖਾਂਦੇ ਹੈ, ਪਰ ਪ੍ਰੇਮ ਰਸ ਦੇ ਸਾਹਮਣੇ ਤਾਂ ਅਸੀਂ ਕੁਛ ਵੀ ਨਹੀਂ ਹਾਂ। ਨਿਜਰ ਧਾਰ ਹਜ਼ਾਰ ਹੋਏ ਭੈ ਚਕਤ ਭੁਲਾਣਾ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੋਰ ਸੁਣੋ, ਜੋ ਨਿਜਰ ਧਾਰ ਹੈ ਦਸਮ ਦੁਆਰ ਚੋਂ ਚੋਂਦੀ ਪ੍ਰਾਪਤ ਹੁੰਦੀ। ਨਿਜਰ ਧਾਰ ਇੱਕ ਰਸ ਅੰਮ੍ਰਿਤ ਦੀ ਧਾਰਾ ਜਿਹੜੀ ਦਸਮ ਦੁਆਰ ਤੋਂ ਡਿੱਗਦੀ ਹੈ ਤੇ ਜੋਗੀ ਲੋਕ ਉਸ ਨਿਜਰ ਧਾਰ ਦੀ ਮਸਤੀ ਨੂੰ ਮਾਣਦੇ ਹੈ, ਉਸ ਨਿਜਰ ਧਾਰ ਦਾ ਉਹ ਪਾਨ ਕਰਦੇ ਹੈ। ਕਹਿੰਦੇ ਉਹ ਜਿਹੜੀ ਜੋਗੀਆਂ ਵਾਲੀ ਦਸਮ ਦੁਆਰ ਚੋਂ ਅੰਮ੍ਰਿਤ ਦੀ ਧਾਰਾ ਟਪਕਦੀ ਹੈ, ਡਿੱਗਦੀ ਹੈ, ਉਹਦਾ ਪਾਨ ਕਰਦੇ ਹੈ, ਉਹ ਵੀ 1000 ਗੁਣਾ ਚਕਰਤ ਹੋ ਕੇ ਭੁਲਾਣਾ ਉਹ ਭੁੱਲੀ ਹੋਈ ਹੈ। ਨਿਜਰ ਧਾਰ 1000 ਹੋਏ ਭੈ ਚਕਤ ਲੁਭਾਣਾ, ਉਹ ਵੀ ਲੋਭ ਕਰਦੀ ਹੈ ਵੀ ਸਾਨੂੰ ਪ੍ਰਾਪਤ ਹੋਵੇ। ਇਹ ਜਿਹੜੀ ਧਾਰਾ ਨਾ ਪ੍ਰੇਮ ਰਸ ਦੀ, ਇਹ ਸਾਨੂੰ ਮਿਲੇ। ਜੋਗੀ ਲੋਕ ਸਮਾਧੀ 'ਚ ਸਥਿਤ ਹੁੰਦੇ ਹੈ, ਦਸਮ ਦੁਆਰ ਵਿੱਚ ਟਿਕਦੇ ਹੈ, ਉੱਥੋਂ ਜੋ ਉਹਨਾਂ ਦੀ ਅੰਮ੍ਰਿਤ ਧਾਰਾ ਜਿਹੜੀ ਹੈ ਉਹਨਾਂ ਨੂੰ ਪਾਨ ਕਰਨ ਵਾਸਤੇ ਮਿਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ 1000 ਗੁਣਾ ਵੱਧ ਕੇ ਹੈਰਾਨ ਹੁੰਦੀ ਹੈ ਅਤੇ ਲੋਭ ਕਰਦੀ ਹੈ ਵੀ ਉਹ ਪ੍ਰੇਮ ਰਸ ਦੀ ਧਾਰਾ ਮੈਨੂੰ ਵੀ ਮਿਲੇ, ਮੇਰੇ ਵਿੱਚ ਉਹ ਆਨੰਦ, ਉਹ ਮਸਤੀ ਨਹੀਂ ਜੋ ਪ੍ਰੇਮ ਰਸ ਦੇ ਵਿੱਚ ਹੈ। ਏੜਾ ਪਿੰਗੁਲਾ ਸੁਖ ਮਨਾ ਸੋਹੰ ਨਾ ਸਮਾਣਾ। ਜੋਗੀ ਲੋਕ ਜਿਹੜੇ ਨੇ ਏੜਾ ਪਿੰਗਲਾ ਅਤੇ ਸੁਖਮਨਾ 3 ਨਾੜੀਆਂ ਦੇ ਵਿੱਚ ਜੋ ਉਹ ਸਵਾਸ ਚੜਾਉਂਦੇ ਹੈ, ਟਿਕਾਉਂਦੇ ਹੈ, ਉਤਾਰਦੇ ਹੈ ਅਤੇ ਸੋਹੰਗ ਦਾ ਮੰਤਰ ਦਾ ਜਾਪ ਕਰਦੇ ਹੈ, ਉਹ ਵੀ ਇਸ ਦੇ ਬਰਾਬਰ ਨਹੀਂ ਸਮਾ ਸਕਦਾ, ਪ੍ਰੇਮ ਰਸ ਦੇ ਬਰਾਬਰ ਨਹੀਂ ਪੁੱਜ ਸਕਦਾ। ਸੋਹੰਗ ਦਾ ਉਹ ਜਾਪ ਕਰਦੇ ਹੈ ਜੋਗੀ ਲੋਕ, ਅਤੇ ਉਹ ਜਿਹੜਾ ਸੋਹੰਗ ਦਾ ਜਾਪ ਹੈ ਉਹ ਪ੍ਰੇਮ ਰਸ ਦੇ ਬਰਾਬਰ ਨਹੀਂ ਪੁੱਜ ਸਕਦਾ। 20 21 ਚੜਾਓ ਚੜ ਪਰਚਾ ਪਰਵਾਣਾ। 20 21 ਚੜਾਓ ਚੜ, 20 ਦੀ ਗਿਣਤੀ ਵਿਦਵਾਨ ਕਰਦੇ ਹੈ, 5 ਗਿਆਨ ਇੰਦਰੇ, 5 ਕਰਮ ਇੰਦਰੇ 10 ਅਤੇ 5 ਪ੍ਰਾਣ 15, ਔਰ ਇਸੇ ਤਰ੍ਹਾਂ ਮਨ ਅਤੇ ਬੁੱਧ ਇਹ 17 ਅਤੇ 3 ਅਵਸਥਾਵਾਂ ਜਾਗਰਤ, ਸੁਪਨ ਅਤੇ ਸੁਖੋਪਤ 17 ਅਤੇ 3 20। ਇਹ ਜਿਹੜੀਆਂ 20 ਅਵਸਥਾਵਾਂ ਕਹਿ ਲਓ, ਭਾਵ ਇਹ ਜਿਹੜੇ 20 ਦੀ ਗਿਣਤੀ ਹੈ ਨਾ, ਇਹਦੇ ਤੋਂ ਗੁਰਮੁਖ ਅੱਗੇ ਲੰਘ ਜਾਂਦੇ ਹੈ। ਗਿਆਨ ਅਤੇ ਕਰਮ ਇੰਦਰੀਆਂ ਦੇ ਰਸਾਂ ਤੋਂ ਵੀ ਅੱਗੇ ਲੰਘ ਗਏ, 5 ਪ੍ਰਾਣਾਂ ਨੂੰ ਵੀ ਲੰਘ ਗਏ, ਮਨ ਬੁੱਧ ਤੋਂ ਵੀ ਉੱਤੇ ਚਲੇ ਗਏ, ਜਾਗਰਤ, ਸੁਖਨ, ਸੁਖੋਪਤ ਇਹਨਾਂ ਅਵਸਥਾਵਾਂ ਤੋਂ ਵੀ ਅੱਗੇ ਲੰਘ ਗਏ। 20 21 ਚੜਾਓ ਚੜ। 21 ਜੋ ਇੱਕ ਪਰਮੇਸ਼ਰ ਹੈ ਨਾ, ਵਾਹਿਗੁਰੂ ਪਰਮਾਤਮਾ, ਉਹਦੇ ਚੜਾਓ 'ਤੇ ਚੜ੍ਹ ਗਏ, ਭਾਵ ਵਾਹਿਗੁਰੂ ਦੇ ਵਿੱਚ ਲੀਨ ਹੋ ਗਏ। ਪਰਚਾ ਪਰਵਾਣਾ, ਅਤੇ ਉਹ ਵਾਹਿਗੁਰੂ ਦੇ ਵਿੱਚ ਐਸੇ ਪਰਚੇ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਗਏ, ਉਹਦੇ ਵਿੱਚ ਐਸੀ ਸੁਰਤ ਜੁੜੀ ਵਾਹਿਗੁਰੂ ਦੇ ਵਿੱਚ ਕਿ ਉਹਦੇ ਦਰ 'ਤੇ ਕਬੂਲ ਹੋਏ ਨੇ ਗੁਰਮੁਖ। ਪੀਤੈ ਬੋਲ ਨ ਹੰਗਈ ਆਖਾਣ ਵਖਾਣਾ। ਭਾਈ ਗੁਰਦਾਸ ਜੀ ਕਹਿੰਦੇ ਇੱਕ ਅਖਾਣ ਹੈ, ਵਖਾਣਾ, ਜਿਵੇਂ ਅਖਾਣ ਹੁੰਦੇ ਆ ਨਾ, ਲੋਕ ਅਖਾਣ ਪਾਉਂਦੇ, ਕਹਿੰਦੇ ਇੱਕ ਕਹਾਵਤ, ਇੱਕ ਅਖਾਣ ਦੁਨੀਆ ਦੇ ਲੋਕ ਕਹਿੰਦੇ ਹੈ। ਉਹ ਕੀ ਹੈ? ਪੀਤੈ ਬੋਲ ਨਾ ਹੰਗਈ। ਜਦੋਂ ਬੰਦਾ ਪਾਣੀ ਪੀਂਦਾ ਨਾ, ਉਦੋਂ ਬੋਲ ਨਹੀਂ ਸਕਦਾ। ਪੀਤੈ ਬੋਲ ਨਾ ਹੰਗਈ, ਜਦੋਂ ਆਪਾਂ ਪਾਣੀ ਪੀਂਦੇ ਹਾਂ ਉਦੋਂ ਬੋਲ ਥੋੜ੍ਹੀ ਸਕਦੇ ਹਾਂ। ਜੇ ਕਿਸੇ ਨੂੰ ਗੱਲ ਕਹਿਣੀ ਜਾਂ ਤਾਂ ਫਿਰ ਰੁਕੋ ਅਤੇ ਫਿਰ ਅਗਲੇ ਨੂੰ ਬੋਲ ਕੇ ਸਮਝਾਓ। ਜਦੋਂ ਬੰਦਾ ਪਾਣੀ ਪੀਂਦਾ ਹੈ ਉਦੋਂ ਇਹ ਨਹੀਂ ਵੀ ਪਾਣੀ ਵੀ ਪੀ ਜਾਵੇ ਅਤੇ ਬੋਲੀ ਵੀ ਜਾਵੇ, ਐਸਾ ਨਹੀਂ। ਜੇ ਉਹਨੂੰ ਵਿੱਚ ਗੱਲ ਕਰਨੀ ਹੈ ਤਾਂ ਘੁੱਟ ਰੋਕਣਾ ਪੈਣਾ। ਪੀਤੈ ਬੋਲ ਨਾ ਹੰਗਈ ਆਖਾਣ ਵਖਾਣਾ। ਸੋ ਇਹ ਅਖਾਣ ਹੈ ਕਿ ਪਾਣੀ ਪੀਂਦਿਆਂ ਹੋਇਆਂ ਬੰਦਾ ਬੋਲ ਨਹੀਂ ਸਕਦਾ। ਇਸ ਅਖਾਣ ਨੂੰ ਸਾਰੇ ਕਹਿੰਦੇ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਪ੍ਰੇਮ ਰਸ ਪੀਂਦਾ ਉਹ ਕਿਵੇਂ ਬੋਲ ਕੇ ਤੁਹਾਨੂੰ ਦੱਸੇਗਾ। ਜਦੋਂ ਪਾਣੀ ਪੀਂਦਾ ਬੰਦਾ ਨਹੀਂ ਬੋਲ ਸਕਦਾ, ਅਤੇ ਜਿਹੜਾ ਅੱਠੇ ਪੈਰ ਪ੍ਰੇਮ ਰਸ ਦਾ ਪਿਆਲਾ ਪੀਂਦਾ ਹੈ ਉਹ ਨਹੀਂ ਬੋਲ ਕੇ ਤੁਹਾਨੂੰ ਦੱਸੇਗਾ। ਉਹ ਨਹੀਂ ਦੱਸ ਸਕਦਾ ਵੀ ਇਹਦਾ ਰਸ ਕੀ ਹੈ। ਸੋ ਇਹ ਜਿਹੜਾ ਪ੍ਰੇਮ ਰਸ ਹੈ ਇਹ ਅਕਥਨੀय ਹੈ, ਇਹ ਕਥਨ ਨਹੀਂ ਕੀਤਾ ਜਾ ਸਕਦਾ।
ਇਹ ਤਾਂ ਉਹੀ ਜਾਣਦੇ ਆ ਜਿਨ੍ਹਾਂ ਨੇ ਪੀਤਾ ਹੈ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਹੈ ਹੀ ਜਿਹੜਾ ਗੂੰਗਾ, ਗੁੜ ਦੇ ਦਿਓ, ਉਹਨੇ ਕਿਹੜਾ ਦੱਸਣਾ ਕਿਹੋ ਜਿਹਾ ਇਹਦਾ ਸਵਾਦ ਹੈ, ਮਿੱਠਾ ਹੈ ਕਿੱਦਾਂ ਦਾ। ਇਸ਼ਾਰੇ ਜ਼ਰੂਰ ਕਰੇਗਾ ਪਰ ਬੋਲ ਕੇ ਨਹੀਂ ਦੱਸ ਸਕਦਾ। ਸੋ ਪ੍ਰੇਮ ਰਸ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ, ਜੋ ਅਕਥ ਹੈ, ਦੱਸਿਆ ਨਹੀਂ ਜਾ ਸਕਦਾ। ਵਿਰਲੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਇਸ ਪ੍ਰੇਮ ਰਸ ਨੂੰ ਮਾਣਦੇ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ ਬਖਸ਼ਣੀ ਜੀ। 20 21 ਚੜਾਓ ਚੜ, ਪਰਚਾ ਪਰਵਾਣਾ, ਪੀਤੈ ਬੋਲ ਨ ਹੰਗਈ, ਆਖਾਣ ਵਖਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਗਲ ਸਮਗਰੇ ਕਮਰਾ ਸੋਤਰ ਤਾਰੀ, ਤੁਮ ਤੇ ਹੋ ਸੋ ਆਗਿਆਕਾਰ। ਜੇ ਤੁਮਰੇ ਗਤ ਮਿਤ ਤੁਮ ਹੀ ਜਾਣੀ, ਨਾਨਕ